ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजन कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਐਡੀਲੇਡ ਤੋਂ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜੋ ਕਿ ਸਾਡੇ ਨਾਲ ਇਸ ਸਮੇਂ ਵੀਡੀਓ ਲਾਈਨ ਤੇ ਮੌਜੂਦ ਨੇ। ਆਓ ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਬਰਾੜ ਸਾਹਿਬ, ਪੰਜਾਬ ਤੋਂ ਮੰਦਭਾਗੀ ਖਬਰ ਹੈ ਜੀ। ਗੀਤਕਾਰ, ਮਸ਼ਹੂਰ ਪੰਜਾਬੀ ਗੀਤਕਾਰ ਸ਼ਹਿਬਾਜ਼ ਦੀ ਬਰਨਾਲਾ ਵਿਖੇ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਆਈ ਹੈ ਜੀ। ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਭਰਾ ਦੀ ਮੌਤ ਵੀ ਪਿੱਛੇ ਜੇ ਹੋਈ ਹੈ, ਸੋ ਬੜੀ ਮੰਦਭਾਗੀ ਖਬਰ ਹੈ ਜੀ। ਬਿਲਕੁਲ ਜੀ, ਦੇਖੋ ਜਦੋਂ ਯੰਗ ਏਜ ਚ ਕੋਈ ਵੀ ਜਾਂਦਾ ਤਾਂ ਬਹੁਤ ਦੁੱਖ ਲੱਗਦਾ ਤੇ ਉਹ ਵੀ ਗਾਂ ਇੱਕ ਚਮਕਦਾ ਤਾਰਾ ਹੋਵੇ ਤਾਂ ਹੋਰ ਵੀ ਦੁੱਖ ਲੱਗਦਾ। ਵੈਸੇ ਹਰ ਬੰਦੇ ਦੀ ਜਾਨ ਆ ਜਿਹੜੀ ਬੇਸ਼ਕੀਮਤੀ ਆ, ਪਰ ਜਦੋਂ ਇੱਕ ਇਹੋ ਜਿਹਾ ਇਨਸਾਨ ਜਿਹੜੇ ਨੇ ਕੁਛ ਨਾ ਕੁਛ ਆਪਣੀ ਮਾਂ ਬੋਲੀ ਨੂੰ, ਸਮਾਜ ਨੂੰ ਦਿੱਤਾ ਹੋਵੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਚਾਨਕ ਜਵਾਨੀ ਚ ਤੁਰ ਜਾਣਾ ਬਹੁਤ ਇੱਕ ਦਰਦਨਾਕ ਆ ਜੀ ਗੱਲ ਆ। ਤੇ ਅਸੀਂ ਇਸ ਲਈ ਅਫਸੋਸ ਪ੍ਰਗਟ ਕਰਦੇ ਹਾਂ। ਪਰ ਮੈਂ ਥੋੜਾ ਜਿਹਾ ਦੱਸ ਦਿਆਂ ਪਿਛੋਕੜ ਜੀ। ਗੁਰਨਾਮ ਗਾਮਾ ਬਹੁਤ ਹੀ ਫੇਮਸ ਨਾਂ ਹੋਇਆ ਜੀ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ, ਜਿਨ੍ਹਾਂ ਚੋਂ ਉਹਨਾਂ ਨੇ ਬਲਕਾਰ ਸਿੱਧੂ ਦੇ ਬਹੁਤ ਸਾਰੇ ਹਿੱਟ ਗਾਣੇ ਦਿੱਤੇ, ਹੋਰ ਵੀ ਕਈ ਕਲਾਕਾਰਾਂ ਹਿੱਟ ਗਾਣੇ ਦਿੱਤੇ ਤੇ ਉਹਨਾਂ ਚ ਖਾਸ ਕਰਕੇ ਇੰਨਾ ਤੈਨੂੰ ਪਿਆਰ ਕਰਾਂ, ਬਹੁਤ ਹੋਰ ਵੀ ਕਈ ਗਾਣੇ ਜਿਹੜੇ ਬੜੇ ਫੇਮਸ ਹੋਏ, ਹੁਣ ਮੇਰੇ ਸਾਰੇ ਜ਼ਿਹਨ ਚ ਨਹੀਂ ਆ ਪਰ ਜੀ। ਪਰ ਉਹਨਾਂ ਦੀ ਜਿਹੜੀ ਅਸਲ ਚ ਪ੍ਰੋਬਲਮ, ਉਹਨਾਂ ਨੂੰ ਇੱਕ ਲੰਮੀ ਬਿਮਾਰੀ ਦੇ ਨਾਲ ਉਹ ਬਹੁਤ ਲੰਮਾ ਚਿਰ ਉਹਨਾਂ ਨੇ ਇੱਕ ਕਸ਼ਟ ਭੋਗ ਕੇ ਗਏ ਤੇ ਤਕਰੀਬਨ ਸਾਰੀ ਪੰਜਾਬੀ ਇੰਡਸਟਰੀ ਨੇ ਸੋਗ ਮਨਾਇਆ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਸੀ ਉਹ ਸ਼ਹਿਬਾਜ਼ ਤੇ ਆ ਗਈ ਸੀ। ਸ਼ਹਿਬਾਜ਼ ਉਹਨਾਂ ਦੇ ਛੋਟੇ ਭਰਾ ਸਨ ਤੇ ਉਹਨਾਂ ਦੇ ਵੀ ਕਾਫੀ ਗਾਣੇ ਕਾਫੀ ਹਿੱਟ ਹੋਏ ਆ, ਜਿਨ੍ਹਾਂ ਚ ਨਛੱਤਰ ਗਿੱਲ ਦਾ ਗਾਣਾ ਤਾਂ ਇੱਕ ਬਹੁਤ ਹੀ ਜ਼ਿਆਦਾ ਫੇਮਸ ਹੋਇਆ। ਫਿਰ ਉਸ ਤੋਂ ਬਾਅਦ ਇੰਦਰਜੀਤ ਨਿੱਕੂ ਦਾ ਵੀ ਮੈਂ ਤਾਜ ਬਣਾਵਾਂ ਕਿਹਦੇ ਲਈ, ਤੇ ਹੋਰ ਵੀ ਬੜੇ ਗਾਣੇ ਉਹਨਾਂ ਦੇ ਹਿੱਟ ਹੋਏ ਆ ਸ਼ਹਿਬਾਜ਼ ਦੇ। ਤੇ ਇੱਕ ਨਵੇਕਲੀ ਜੀ ਤੇ ਵੱਖਰੀ ਕਿਸਮ ਦੇ ਉਹ ਲੇਖਣੀ ਦੇ ਮਾਲਕ ਸਨ ਤੇ ਆਪਣੇ ਭਰਾ ਦੇ ਬਰਾਬਰ ਹੀ ਮੋਢਾ ਮਿਲਾ ਕੇ ਚੱਲ ਰਹੇ ਸਨ। ਤੇ ਹੁਣ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਦੋਨਾਂ ਪਰਿਵਾਰਾਂ ਦੀ ਆ ਗਈ ਸੀ। ਪਰ ਅਚਾਨਕ ਕੀ ਹੋਇਆ ਵੀ ਉਹ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਆ ਜੀ। ਤੇ ਇਹਨਾਂ ਚੀਜ਼ਾਂ ਤੋਂ ਕੁਝ ਕੁ ਚੀਜ਼ਾਂ ਹੋਰ ਵੀ ਸਾਹਮਣੇ ਆਉਂਦੀਆਂ ਇਸ ਪਰਿਵਾਰ ਦੇ ਨਾਲ ਜਿਹੜੀਆਂ ਬੀਤੀਆਂ। ਉਹ ਇਹ ਹੈ ਜੀ ਵੀ ਇੱਕ ਲੇਖਕ ਜਾਂ ਇੱਕ ਗੀਤਕਾਰ ਹੁੰਦਾ ਜਿਹੜਾ ਉਹ ਜੜ ਹੁੰਦਾ ਕਿਸੇ ਵੀ ਚੀਜ਼ ਦੀ। ਜੇ ਕੋਈ ਗੀਤ ਹਿੱਟ ਹੋਇਆ ਜਾਂ ਕੋਈ ਗੀਤ ਦੁਨੀਆ ਤੱਕ ਪਹੁੰਚਿਆ, ਇਹ ਜ਼ਰੂਰ ਸਟੀਮ ਵਰਕ ਆ, ਆਵਾਜ਼ ਵੀ ਉਹਦੇ ਵਿੱਚ ਕੰਮ ਕਰਦੀ ਆ, ਉਹਦੇ ਵਿੱਚ ਮਿਊਜ਼ਿਕ ਵੀ ਕੰਮ ਕਰਦਾ, ਉਹਦੇ ਵਿੱਚ ਅੱਜ ਕੱਲ ਤਾਂ ਉਹਦੀ ਐਡਵਰਟਾਈਜ਼ਮੈਂਟ ਵੀ ਕੰਮ ਕਰਦੀ ਆ। ਪਰ ਜੇ ਗੀਤਕਾਰ ਦੇ ਬੋਲਾਂ ਰੂਪੀ ਨਿਉ ਨਾ ਹੋਵੇ ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਬਾਕੀ ਚੀਜ਼ਾਂ ਉਸ ਪੱਧਰ ਦੇ ਉੱਤੇ ਉਹਦਾ ਸਹਿਯੋਗ ਦੇ ਸਕਦੀਆਂ ਸਨ। ਸੋ ਬਹੁਤ ਹੀ ਬਾਕਮਾਲ ਜਿਹੜੇ ਗੀਤਕਾਰ ਸੀ ਤੇ ਉਹਨਾਂ ਨੇ ਚੰਗਾ ਲਿਖਿਆ, ਇਸ ਲਈ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਤੇ ਪਰ ਉਹਨਾਂ ਨੇ ਜਿਹੜਾ ਚੰਗਾ ਲਿਖਿਆ, ਇਸੇ ਕਰਕੇ ਹੀ ਉਹਨਾਂ ਦੀ ਜਿਹੜੀ ਸੁਣਵਾਈ ਆ ਉਹ ਸਾਨੂੰ ਦਿਖਦਾ ਹੀ ਆ ਵੀ ਵਿਚਾਰੇ ਕਿਸ ਗੁਰਬਤ ਦੀ ਹਾਲਾਤ ਦੇ ਵਿੱਚ ਗੁਰਨਾਮ ਗਾਮਾ ਸਨ ਤੇ ਇਹ ਵੀ ਇੱਕ ਨੋਰਮਲ ਜ਼ਿੰਦਗੀ ਜਿਉ ਰਹੇ ਸੀ, ਇੰਨੀ ਕਲਾ ਦੇ ਮਾਲਕ। ਤੇ ਹਾਲਾਂਕਿ ਇਹਨਾਂ ਦੇ ਗੀਤ ਗਾ ਕੇ ਹੋਰ ਬਹੁਤ ਸਾਰੇ ਜਿਹੜੇ ਲੋਕ ਮਿਲੀਨੀਅਰ ਬਣ ਗਏ। ਸੋ ਇਹ ਇੱਕ ਤਰਾਸਦੀ ਹੈ ਜੀ। ਹੁਣ ਉਹਨਾਂ ਦੇ ਬੱਚਿਆਂ ਨੂੰ ਸਾਂਭਣ ਵਾਲਾ ਕੋਈ ਨਹੀਂ, ਕੋਈ ਇਹੋ ਜਿਹਾ ਇੱਥੇ ਸਰਕਾਰੀ ਦਰਬਾਰੇ ਵੀ ਹੈ ਨਹੀਂ ਵੀ ਉਹਨਾਂ ਦੀ ਕੋਈ ਪੈਨਸ਼ਨ ਲੱਗੂਗੀ। ਇੱਕ ਗੀਤਕਾਰ ਤਾਂ ਜਿੰਨਾ ਚਿਰ ਉਹਦੇ ਗੀਤ ਬੋਲਾਂ ਤੇ ਲੋਕਾਂ ਦੇ ਮੂੰਹਾਂ ਤੇ ਆਉਣਾ ਚਿਰ ਬਸ ਉਹਦਾ ਨਾਂ, ਉਹਦੀ ਕੋਈ ਕਮਾਈ ਨਹੀਂ ਹੈ, ਕੋਈ ਰੈਲਿਟੀ ਨਹੀਂ ਆਉਣੀ ਆਉਂਦੀ। ਸੋ ਪੰਜਾਬੀ ਕਲਚਰ ਦੇ ਵਿੱਚ ਇਹ ਕਿਤੇ ਨਾ ਕਿਤੇ ਲੇਖਕਾਂ ਗੀਤਕਾਰਾਂ ਵਾਲਾ ਜਿਹੜਾ ਇਹ ਚੱਲ ਰਿਹਾ ਦੌਰ, ਇਹ ਕਿਤੇ ਵਧੀਆ ਦੌਰ ਨਹੀਂ ਹੈ। ਇਹਦੇ ਨਾਲ ਅਸੀਂ ਵੱਡੇ ਵੱਡੇ ਹੀਰੇ ਆ, ਚਾਹੇ ਉਹ ਨੰਦ ਲਾਲ ਨੂਰਪੁਰੀ ਹੋਰਾਂ ਤੱਕ, ਤੇ ਉਹਨਾਂ ਨੂੰ ਵੀ ਸੁਸਾਈਡ ਤੱਕ ਜਿਹੜੀ ਕਮਿਟ ਕਰਨੀ ਪਈ ਆ। ਕਾਰਨ ਕੀ ਹੈ? ਗੁਰਬਤ। ਸੋ ਇਹ ਗੁਰਬਤ ਦੇ ਮਾਮਲੇ ਦੇ ਵਿੱਚ ਕਿਤੇ ਵੀ ਕੋਈ ਹੱਲ ਨਹੀਂ ਹੈ। ਹਰ ਕਹਿ ਸਕਦਾ ਇੱਕ ਲੀਡਰ ਆ, ਉਹਦੇ 5 ਪੋਸਟਾਂ ਤੇ ਆਉਂਦਾ ਤਾਂ 5 ਵਾਰੀ ਪੈਨਸ਼ਨ ਲੈ ਲੈਂਦਾ, ਪਰ ਇੱਕ ਕੋਈ ਇਹੋ ਜਿਹਾ ਗੀਤਕਾਰ ਜਿਹਨੇ ਸਮਾਜ ਨੂੰ ਇੰਨਾ ਕੁਝ ਦਿੱਤਾ ਹੁੰਦਾ, ਉਹਦੇ ਲਈ ਕਿਤੇ ਵੀ ਕੁਝ ਨਹੀਂ ਹੈ। ਸੋ ਇਹ ਚੀਜ਼ਾਂ ਵੀ ਇੱਕ ਮਾਇਨੇ ਰੱਖਦੀਆਂ, ਸਾਨੂੰ ਇਹਦੇ ਬਾਰੇ ਸੋਚਣਾ ਪੈਣਾ। ਜਿਹੜਾ ਮੁਫਤਖੋਰੀ ਦਾ ਕਲਚਰ ਆ ਪੰਜਾਬੀ ਗਾਇਕੀ ਹੋਵੇ, ਚਾਹੇ ਗੀਤਕਾਰੀ ਹੋਵੇ, ਚਾਹੇ ਕੋਈ ਲੇਖਕ। ਜੀ ਮਿੰਟੂ ਬਰਾੜ ਜੀ, ਬਿਲਕੁਲ ਆਪਾਂ ਇਸੇ ਕਰਕੇ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਲੱਗੇ ਹਾਂ ਕਿ ਇੱਕ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ, ਖਾਸ ਕਰਕੇ ਜਿਹੜੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਣ ਜਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਣ ਗੀਤਕਾਰ, ਖਾਸ ਕਰਕੇ ਕਿਉਂਕਿ ਉਹ ਅੱਗੇ ਨਹੀਂ ਆਉਂਦੇ। ਗੀਤਕਾਰਾਂ ਦੀ ਜੇਕਰ ਗੱਲ ਕਰੀਏ ਜੀ, ਜਾਂ ਸਿੰਗਰ ਹੋ ਗਏ, ਉਹਨਾਂ ਨੇ ਗਾਤਾ ਗੀਤ ਅੱਗੇ ਜਿਵੇਂ ਤੁਸੀਂ ਕਿਹਾ ਮਿਲੀਨੀਅਰ ਬਣ ਜਾਂਦੇ ਨੇ, ਪਰ ਅਜਿਹੇ ਗੀਤਕਾਰਾਂ ਦੀ ਬਾਂਹ ਕੌਣ ਫੜੇਗਾ? ਹਮਦਰਦੀ ਪ੍ਰਗਟਾਉਣ ਨੂੰ ਤਾਂ ਜੀ ਆਪਾਂ ਸਾਰੇ ਆ ਕਿ ਹਾਂ ਚਲੋ ਵੀ ਬਹੁਤ ਮਾੜਾ ਹੋਇਆ, ਦੁੱਖ ਦੀ ਗੱਲ ਹੈ,
ਪਰ ਇਸ ਮਾਧਿਅਮ ਦੇ ਰਾਹੀਂ, ਇੰਡੋਸ ਟੀਵੀ ਦੇ ਮਾਧਿਅਮ ਰਾਹੀਂ, ਕਿਉਂਕਿ ਦੇਸ਼ਾਂ ਵਿਦੇਸ਼ਾਂ 'ਚ ਦੇਖਿਆ ਜਾਣ ਵਾਲਾ ਚੈਨਲ ਆ, ਪੰਜਾਬੀ ਪਹਿਲਾਂ ਹੀ ਚੰਗੇ ਦਿਲ ਦੇ ਲਈ ਜਾਣੇ ਜਾਂਦੇ ਨੇ, ਵੱਡੇ ਦਿਲਾਂ ਦੇ ਲਈ ਜਾਣੇ ਜਾਂਦੇ ਨੇ। ਆਪਾਂ ਨੂੰ ਵੈਸੇ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਇੱਕ ਜਿਹੜਾ ਕਹਿ ਲਓ ਵੀ ਕਲਾਕਾਰ ਜ਼ਿੰਦਗੀ ਤੋਂ ਚਲਾ ਗਿਆ, ਉਹਦੀ ਹਾਲ ਚਾਲ ਪੁੱਛਣਾ ਚਾਹੀਦਾ, ਜਾਂ ਸਰਕਾਰੀ ਦਰਬਾਰੇ ਉਹਨਾਂ ਦੀ ਕੋਈ ਨਾ ਕੋਈ ਹੈਲਪ ਲਈ ਸਾਨੂੰ ਗੱਲ ਕਰਨੀ ਚਾਹੀਦੀ ਹੈ ਜੀ। ਬਿਲਕੁਲ ਜੀ, ਪਰ ਕੋਈ ਨਹੀਂ ਕਰਦਾ ਜੀ। ਥੋੜੇ ਦਿਨ ਫੇਸਬੁੱਕ ਦੇ ਉੱਤੇ ਜਿਹੜੇ ਹਾਂ ਦੇ ਨਾਰੇ ਵੱਜਣਗੇ, 2-4 ਕਲਾਕਾਰ ਆ ਕੇ ਮੁੜ ਜਾਣਗੇ ਭੋਗ ਤੱਕ, ਉਸ ਤੋਂ ਬਾਅਦ ਜਿਹੜਾ ਪਰਿਵਾਰ ਆ ਉਹ ਉਵੇਂ ਗੁਰਬਤ ਦੇ ਵਿੱਚ ਰਹੂਗਾ। ਹਾਂ, ਜੇ ਇਹਨਾਂ ਗੀਤਕਾਰਾਂ ਨੇ ਆਪਦੇ ਸਮੇਂ ਦੇ ਵਿੱਚ ਕੋਈ ਚੱਕਲੋ ਵਾਲੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਤਾਂ ਮੈਨੂੰ ਉਮੀਦ ਆ ਵੀ ਫਿਰ ਉਹਨਾਂ ਨੂੰ ਇਹ ਦਿਨ ਨਹੀਂ ਆਉਣੇ ਸੀ। ਉਹਨਾਂ ਦਾ ਮੋਟਰਸਾਈਕਲਾਂ ਤੇ ਹਾਦਸੇ ਵੀ ਨਹੀਂ ਹੋਣੇ ਸੀ, ਕਿਉਂਕਿ ਫਿਰ ਇਹਨਾਂ ਦੇ ਥੱਲੇ ਫਾਰਚੂਨਰ ਹੁੰਦੀਆਂ। ਜੇ ਇਹਨਾਂ ਨੇ ਇਹ ਜਿਹਾ ਕੁਝ ਕੀਤਾ ਹੁੰਦਾ ਤਾਂ ਕਿਉਂ ਹਾਦਸਾ ਵਾਪਰਦਾ। ਸੋ ਇਹ ਸਾਰੀਆਂ ਗੱਲਾਂ ਹੀ ਜਿਹੜੀਆਂ ਸਾਫ਼ ਸੁਥਰੀ ਜਿਹੜਾ ਸਫ਼ਰ ਆ ਉਹਦਾ ਅੰਤ ਹੋਇਆ ਇਹ, ਤੇ ਸਾਫ਼ ਸੁਥਰੇ ਸਫ਼ਰ ਦਾ ਇਹੀ ਹਾਲ ਰਹੂਗਾ ਜਿੰਨਾ ਚਿਰ ਅਸੀਂ ਮੁਫਤਖੋਰੀ ਕਲਚਰ ਚੋਂ ਨਹੀਂ ਨਿਕਲਦੇ। ਜੀ, ਅਗਲੀ ਗੱਲ ਕਰਦੇ ਹਾਂ ਜੀ, ਪੰਜਾਬ ਤੋਂ ਹੀ ਕਿਸਾਨੀ ਸੰਘਰਸ਼ ਦੀ ਗੱਲ ਕਰ ਲੈਂਦੇ ਹਾਂ। ਖਾਸ ਕਰਕੇ ਦਿੱਲੀ ਦੇ ਬਰੂਹਾਂ ਦੇ ਉੱਤੇ ਬੈਠਿਆਂ ਜੀ ਸਾਡੇ ਕਿਸਾਨ 10 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਡਾਂਗਾ ਸੋਟੇ ਬਰਾਏ ਗਏ ਆ ਜੀ, ਖੱਟਰ ਸਰਕਾਰ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਕਿਸਾਨਾਂ ਦੇ ਸਿਰ ਪਾੜੇ ਜਾਣ। ਬਹੁਤ ਸਾਰੇ ਕਿਸਾਨ ਭਰਾ ਸਾਡੇ ਫੱਟੜ ਹੋਏ ਨੇ, 27 ਟਾਂਕੇ ਲੱਗੇ ਨੇ। ਕਈਆਂ ਦੇ ਸਰੀਰ ਅਜਿਹੇ ਨੇ ਜਿੱਥੇ ਕਿਸੇ ਲਾਠੀ ਦਾ ਜਾਂ ਸੋਟੀ ਦਾ ਜ਼ਖਮ ਨਾ ਹੋਵੇ। ਬੱਚਿਆਂ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਜੀ, ਨੌਜਵਾਨ ਮੁੰਡੇ ਦੀਆਂ, ਤੇ ਸਿਰ ਦੇ ਵਿੱਚ 27 ਟਾਂਕੇ ਲੱਗੇ ਨੇ। ਬਿਲਕੁਲ ਜੀ, ਬੜਾ ਦੁਖਦਾਈ ਹੈ। ਪਿਛਲੇ ਕੁਝ ਦਿਨਾਂ ਤੋਂ ਜਦੋਂ ਅਸੀਂ ਕਹਿੰਦੇ ਆ ਵੀ ਸ਼ਾਂਤੀਪੂਰਵਕ ਰੋਸ ਮੁਜ਼ਾਹਰੇ ਹੋ ਰਹੇ ਆ, ਤੇ ਉਹ ਸ਼ਾਂਤੀ ਨੂੰ ਜਿਹੜੀ ਅਸ਼ਾਂਤੀ ਦੇ ਵਿੱਚ ਲੋਕ ਨਹੀਂ ਕਰ ਰਹੇ, ਅਸ਼ਾਂਤੀ ਸਰਕਾਰਾਂ ਫੈਲਾ ਰਹੀਆਂ। ਸਰਕਾਰਾਂ ਹੀ ਬੈਰੀਕੇਡ ਲਾ ਰਹੀਆਂ, ਸਰਕਾਰਾਂ ਹੀ ਰਾਹ ਰੋਕ ਰਹੀਆਂ, ਸਰਕਾਰਾਂ ਹੀ ਲਾਠੀਆਂ ਚਾਰਜ ਕਰ ਰਹੀਆਂ, ਤੇ ਸਰਕਾਰਾਂ ਹੀ ਸਭ ਕੁਝ ਕਰ ਰਹੀਆਂ। ਪਰ ਐਤਕੀ ਦੇ ਘਟਨਾਕ੍ਰਮ ਦੇ ਵਿੱਚ ਸਰਕਾਰ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਲਏ ਆ ਜੀ। ਉਹਨਾਂ ਨੇ ਸਾਡੀ ਜਿਹੜਾ ਇੱਕ ਇਹੋ ਜਿਹੇ ਢੰਗ ਨਾਲ ਅਫਸਰਾਂ ਦੀਆਂ ਡਿਊਟੀਆਂ ਲਾ ਕੇ ਤੇ ਉਹਨਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਕੇ, ਤੇ ਜਿਹੜੀ ਇਹ ਲੜਾਈ ਹੈ ਸਰਕਾਰ ਬਨਾਮ ਕਿਸਾਨ ਨਾ ਹੋ ਕੇ ਇੱਕ ਥਾਣੇਦਾਰ ਬਨਾਮ ਕਿਸਾਨ ਕਰਤੀ, ਜਾਂ ਇੱਕ ਸਿੱਖ ਕੌਮ ਦੇ ਗਿਲਾਰ, ਸਿੱਖ ਕੌਮ ਨਾਲ ਦਸਤਾਰ ਦੇ ਗਿਲਾਰ, ਏਦਾਂ ਦੀ ਇੱਕ ਲੜਾਈ ਬਣਾਤੀ ਆ। ਤੇ ਜੇ ਤੁਸੀਂ ਕੱਲ ਪਰਿਵਾਰ ਦੀ ਜਿਹਨੇ ਵੀ ਕਾਨਫਰੰਸ ਸੁਣੀ ਆ, ਉਸ ਪਰਿਵਾਰ ਦੀ ਕਾਨਫਰੰਸ 'ਚ ਗੱਲਾਂ ਕਲੀਅਰ ਹੋ ਗਈਆਂ ਵੀ ਕਿਵੇਂ ਉਹ ਜਿਹੜਾ ਥਾਣੇਦਾਰ ਸੀਗਾ ਉਹ ਥਾਣੇਦਾਰ ਨੂੰ ਵਰਤਿਆ ਗਿਆ ਸਰਕਾਰਾਂ ਵੱਲੋਂ। ਸੋ ਅਸੀਂ ਇੱਥੇ ਕੋਈ ਥਾਣੇਦਾਰ ਦੀ ਉਹ ਨਹੀਂ ਦਿੰਦੇ, ਸਿਫਤੀ ਨਹੀਂ ਦਿੰਦੇ। ਜੇ ਉਹਨਾਂ ਨੇ ਕਿਸੇ ਤੇ ਵੀ ਡਾਂਗਾ ਭਰਾਈਆਂ, ਇਹ ਉਹਦਾ ਕੋਈ ਹੱਲ ਨਹੀਂ ਸੀ। ਡਾਂਗਾ ਭਰਾਉਣੀਆਂ ਕੋਈ ਮਸਲੇ ਦਾ ਹੱਲ ਨਹੀਂ ਸੀਗਾ। ਤੇ ਪਰ ਦੂਜੇ ਪਾਸੇ ਇਹ ਆ ਵੀ ਇੱਕ ਪੱਖ ਇਹ ਵੀ ਆ ਵੀ ਉਹ ਆਪਦੀ ਜੌਬ ਤੇ ਸੀ, ਉਹਨੂੰ ਆਪਦੀ ਜੌਬ ਨੂੰ ਜੇ ਉਹ ਤੋਂ ਵੱਡਿਆਂ ਨੇ ਉਹਨੂੰ ਹੁਕਮ ਚਾੜਤਾ। ਸੋ ਤੁਸੀਂ ਦੇਖ ਲਿਆ ਜੀ ਵੀ ਜਿਹੜੀ ਇਹ ਲੜਾਈ ਆ ਸਰਕਾਰ ਬਨਾਮ ਨਾ ਹੋ ਕੇ ਇੱਕ ਥਾਣੇਦਾਰ ਬਨਾਮ ਜਾਂ ਪੱਗ ਬਨਾਮ ਜਾਂ ਸਿੱਖਾਂ ਦੀ ਸਿੱਖਾਂ ਨਾਲ ਲੜਾਈ, ਕੌਮ ਦੇ ਗਦਾਰ, ਇਹੋ ਜਿਹੇ ਪਾਸੇ ਮੂਵਮੈਂਟ ਦੇਤੀ ਆ। ਮੈਨੂੰ ਤਾਂ ਇਹ ਲੱਗਿਆ ਵੀ ਜਿਹੜੀ ਖੱਟਰ ਸਰਕਾਰ ਆ ਉਹ ਇੱਕ ਤੀਰ ਨਾਲ ਕਈ ਨਿਸ਼ਾਨੇ ਲਾ ਰਹੀ ਆ। ਤੁਸੀਂ ਰੋਜ਼ ਟੈਲੀਵਿਜ਼ਨ ਤੇ ਸਰਕਾਰ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਦੇਖ ਰਹੇ ਹੋ, ਉਹਦੇ 'ਚ ਜਾਣਬੁੱਝ ਕੇ ਕਿਸਾਨਾਂ ਨੂੰ ਲਿਆ ਕੇ ਕਿਸਾਨਾਂ ਤੋਂ ਕਹਾਇਆ ਜਾ ਰਿਹਾ ਵੀ ਸਾਡੀ ਜ਼ਮੀਨ ਦੇ ਇੰਨੇ ਸੌਖਾਲੇ ਕਰਤੇ ਖੱਟਰ ਸਰਕਾਰ ਨੇ, ਸਾਨੂੰ ਆਹ ਦੇਤਾ ਉਹ ਦੇਤਾ। ਉਹ ਸਿਰਫ ਤੇ ਸਿਰਫ ਕੀ ਆ ਵੀ ਉਹਨਾਂ ਦੇ ਵਿੱਚ ਪਾੜਾ ਪਾਉਣ ਦਾ ਜਿਹੜਾ ਤਰੀਕਾ। ਹੁਣ ਜਿਹੜਾ ਕੱਲ ਪਰਿਵਾਰ ਨੇ ਆ ਕੇ ਕਾਨਫਰੰਸ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਸਾਰੇ ਪੱਖ ਰੱਖੇ ਆ। ਉਸ ਪੱਖਾਂ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਵੀ ਵਾਕਈ ਇਹ ਜਿਹੜੀ ਸਿਆਸਤ ਦਾ ਸ਼ਿਕਾਰ ਹੋਇਆ, ਸਿਆਸਤ ਨੂੰ ਇਸ ਰੂਪ 'ਚ ਲਿਆਂਦਾ ਗਿਆ ਵੀ ਉਹ ਇੱਕ ਉਕਸਾ ਕੇ ਉਹ ਥਾਣੇਦਾਰ ਤੋਂ ਉਹਨੂੰ ਯੂਜ਼ ਕੀਤਾ ਗਿਆ, ਵਰਤਿਆ ਗਿਆ, ਤੇ ਅਖੀਰ ਉਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ। ਕੱਲੀਆਂ ਉਹਦੀਆਂ ਵੀਡੀਓ ਨੂੰ ਸ਼ੂਟ ਕਰਕੇ ਫਿਰ ਸ਼ੇਅਰ ਕੀਤਾ ਗਿਆ। ਸੋ ਇਹ ਇੱਕ ਸ਼ਰਾਰਤੀ ਅਨਸਰ ਹੀ ਹੁੰਦੇ ਨੇ ਜੀ ਜਿਹੜੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਪੰਜਾਬੀ ਹੈਗੇ ਨੇ ਇਮੋਸ਼ਨਲ ਹੁੰਦੇ ਨੇ, ਦਿਲ ਨੂੰ ਛੇਤੀ ਗੱਲ ਲਾ ਲੈਂਦੇ ਨੇ। ਸੋ ਇਸ ਤਰੀਕੇ ਨਾਲ ਇਹਨਾਂ ਨੇ ਚਾਲਬਾਜ਼ੀਆਂ ਚੱਲੀਆਂ ਜੀ। ਬਿਲਕੁਲ ਸਾਜ਼ਿਸ਼ ਦਾ ਜਿਹੜੇ ਸਾਜ਼ਿਸ਼ ਦੇ ਆਧਾਰ ਤੇ ਸਾਰਾ ਕੁਝ ਹੋ ਰਿਹਾ, ਕਿਉਂਕਿ ਪਰਿਵਾਰ ਦੱਸ ਰਿਹਾ ਸੀ ਵੀ ਪਿਛਲੇ ਦਿਨੀ ਉਸ ਥਾਣੇਦਾਰ ਨੂੰ ਕਿੱਥੇ ਵਰਤਿਆ ਗਿਆ ਸਰਕਾਰ ਨੇ, ਕਿਵੇਂ ਜਦੋਂ ਭਾਵੇਂ ਰਾਮ ਸਿੰਘ ਹੋਰਾਂ ਨੇ ਸੁਸਾਈਡ ਕੀਤੀ ਸੀਗੀ ਤੇ ਉਹਨਾਂ ਦੀ ਬੋਡੀ ਨੂੰ ਲਿਆਉਣ ਲਈ ਵੀ ਇਹਨਾਂ ਨੂੰ ਵਰਤਿਆ ਗਿਆ। ਹੋਰ ਵੀ ਕਈ ਥਾਵਾਂ ਤੇ ਜਿੱਥੇ ਕ੍ਰਿਟੀਕਲ ਸਿਚੁਏਸ਼ਨ ਆ ਜਾਂਦੀ ਸੀ ਉੱਥੇ ਇਹਨਾਂ ਨੂੰ ਵਰਤਿਆ ਗਿਆ। ਤੇ ਇੱਥੋਂ ਤੱਕ ਵੀ ਪਤਾ ਲੱਗਿਆ ਵੀ ਇੱਕ ਗਰੁੱਪ ਚੱਲਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਜਥੇਬੰਦਕ ਜਿਹੜੇ ਲੀਡਰ ਆ ਉਹਦੇ ਵਿੱਚ ਆ, ਤੇ ਉਹਦਾ ਐਡਮਿਨ ਵੀ ਇਹ ਥਾਣੇਦਾਰ ਆ। ਸਮਝ ਤੋਂ ਬਾਹਰ ਦੀ ਗੱਲ ਇਹ ਆ ਵੀ ਇੱਕ ਕਿਸਾਨ ਜਥੇਬੰਦੀਆਂ ਦੀ ਇੱਕ ਗਰੁੱਪ ਚੱਲਦਾ, ਉਹਦਾ ਐਡਮਿਨ ਇਹ ਥਾਣੇਦਾਰ ਆ। ਤੇ ਉਹ ਪਰਿਵਾਰ ਦਾਅਵਾ ਕਰ ਰਿਹਾ ਵੀ ਉਸ ਦੀ ਵਿੱਚ ਉਹ ਕਿਵੇਂ ਨਾ ਕਿਵੇਂ ਜਿਹੜੇ ਕਿਸਾਨਾਂ ਨੂੰ ਦਿੱਕਤਾਂ ਆਉਂਦੀਆਂ ਜਾਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਉਹ ਸੋਲਵ ਕਰਦਾ ਉਸ ਗਰੁੱਪ ਦੇ ਜ਼ਰੀਏ। ਤੇ ਦੂਜੇ ਪਾਸੇ ਨੂੰ ਇੱਕ ਇਹੋ ਜਿਹੇ ਰਾਖਸ਼ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ। ਅਸੀਂ ਕਿਤੇ ਇਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਹੇ। ਬੰਦਾ ਗਲਤੀ ਕਰਦਾ, ਗਲਤੀ ਕੀਤੀ ਹੋਣੀ ਆ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਰਕਾਰਾਂ ਬਹੁਤ ਵੱਡੀ ਗੇਮ ਖੇਡ ਰਹੀਆਂ। ਸਾਨੂੰ ਥੋੜਾ ਜਿਹਾ ਜਾਗਰੂਕ ਹੋ ਕੇ ਕੰਮ ਕਰਨੇ ਪੈਣਗੇ, ਨਾ ਕਿ
ਇੱਕ ਦੂਜੇ ਵਿੱਚ ਦੇਖੋ ਦੇਖ ਵੀ ਉਹਨੇ ਡਾਂਗ ਮਾਰੀ, ਉਹਨੇ ਸਿਰ ਪਾੜਤਾ ਤਾਂ ਸੀ ਉਹਦਾ ਹੀ ਕਸੂਰ ਆ। ਉਹ ਡਾਂਗ ਦੇ ਪਿੱਛੇ ਦਿਮਾਗ ਕਿਹਦਾ ਚੱਲ ਰਿਹਾ ਤੇ ਕਿਹਨੇ ਬੰਦੇ ਨੇ ਉਹ ਜਿਹੜੇ ਹੁਕਮ ਦਿੱਤੇ ਆ, ਗੱਲਾਂ ਤਾਂ ਉੱਥੇ ਆ ਕੇ ਮੁੱਕਣੀਆਂ ਜੀ। ਜੀ ਜੀ ਬਿਲਕੁਲ ਇੱਕ ਆਰਟੀਕਲ ਮੈਂ ਪੜ੍ਹ ਰਹੀ ਸੀ ਕਿ ਆਪਣਿਆਂ ਦੇ ਖਿਲਾਫ ਸਾਜ਼ਿਸ਼ਾਂ ਆਪਣੇ ਹੀ ਆਪਸ ਵਿੱਚ ਲੜਦੇ ਨੇ ਤੇ ਆਪਣਿਆਂ ਦਾ ਹੀ ਆਪਸ ਵਿੱਚ ਨੁਕਸਾਨ ਹੁੰਦਾ ਹੈ। ਬਿਲਕੁਲ ਸੱਚੀ ਘਟਨਾ ਹੈ ਜੀ, ਬਿਲਕੁਲ ਸੱਚੀ ਆਰਟੀਕਲ ਹੈ ਇਹ। ਜਿਵੇਂ ਉਸ ਬੰਦੇ ਨੇ ਇਸ ਆਰਟੀਕਲ ਨੂੰ ਬਿਆਨ ਕੀਤਾ ਹੈ ਕਿ ਸਾਡੀ ਆਪਸ ਵਿੱਚ ਲੜਾਈਆਂ ਹੋ ਜਾਂਦੀਆਂ ਨੇ, ਇਹਨਾਂ ਗੱਲਾਂ ਪਿੱਛੇ ਕੌਣ ਹੈ, ਕਿਹਨਾਂ ਦਾ ਹੱਥ ਹੈ, ਸਾਨੂੰ ਇਹ ਦੇਖਣਾ ਚਾਹੀਦਾ ਹੈ। ਕਹਿੰਦੇ ਹੁੰਦੇ ਆ ਕਿ ਅੱਖ ਕੰਨ ਜਿਹੜੇ ਹੈਗੇ ਸਾਡੇ ਹਮੇਸ਼ਾ ਖੁੱਲੇ ਹੋਣੇ ਚਾਹੀਦੇ ਨੇ, ਨਾ ਕਿ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਉਸ ਚੀਜ਼ ਨੂੰ ਭੇਡ ਚਾਲ ਦੇ ਵਿੱਚ ਵਾਇਰਲ ਕਰ ਦਈਏ। ਉਸ ਚੀਜ਼ ਦੀ ਸਾਨੂੰ ਜਾਂਚ ਜਾਂ ਪੜਤਾਲ ਜ਼ਰੂਰ ਕਰਨੀ ਚਾਹੀਦੀ ਆ। ਬਿਲਕੁਲ ਤੁਸੀਂ ਸਹੀ ਕਿਹਾ ਜੀ। ਤੇ ਇਹ ਕਿਸਾਨ ਸੰਘਰਸ਼ ਨੂੰ ਅਸਲ 'ਚ ਕਿਤੇ ਨਾ ਕਿਤੇ ਮੈਂ ਇੱਕ ਚੀਜ਼ ਮੰਨਦਾ ਹੁੰਦਾ ਵੀ ਜਿਹੜੇ ਸਾਡੇ ਬੰਦੇ ਹੈ ਨਾ, ਥੋੜਾ ਜਿਹਾ ਕਿਤੇ ਨਾ ਕਿਤੇ ਦੁਸ਼ਮਣ ਨੂੰ ਕਮਜ਼ੋਰ ਸਮਝ ਜਾਂਦੇ ਆ ਤੇ ਉਹਨਾਂ ਨੂੰ ਐ ਲੱਗਦਾ ਵੀ ਦੁਸ਼ਮਣ ਕਮਜ਼ੋਰ ਆ ਤੇ ਅਸੀਂ ਇਕੱਠੇ ਹੋ ਕੇ ਤੇ ਉਹਨੂੰ ਦੱਬ ਲਾਂਗੇ। ਪਰ ਮੇਰਾ ਇਹ ਮੰਨਣਾ ਵੀ ਦੁਸ਼ਮਣ ਨਹੀਂ, ਅਸੀਂ ਕਮਜ਼ੋਰ ਆ। ਦੁਸ਼ਮਣ ਐ ਨਹੀਂ ਕਮਜ਼ੋਰ, ਉਹਨਾਂ ਕੋਲੇ ਇੱਕ ਸੱਤਾ ਦੀ ਪਾਵਰ ਆ, ਉਹਨਾਂ ਕੋਲੇ ਇੱਕ ਸਰਕਾਰੀ ਮਸ਼ੀਨਰੀ ਆ, ਉਹਨਾਂ ਲਈ ਸੋਚਣ ਵਾਲੇ ਵੱਡੇ ਵੱਡੇ ਦਿਮਾਗ ਆ। ਪਰ ਸਾਡੇ ਕੋਲੇ ਤਾਂ ਇੱਕ ਏਕਾ, ਤੇ ਉਸ ਏਕੇ ਦੇ ਜ਼ਰੀਏ ਅਸੀਂ ਉਹਨਾਂ ਨੂੰ ਢਾ ਸਕਦੇ ਹਾਂ। ਪਰ ਅਸੀਂ ਉਹਨਾਂ ਨੂੰ ਕਮਜ਼ੋਰ ਨਾ ਸਮਝ ਕੇ ਉਹਨਾਂ ਦੀ ਹਰ ਸਿਆਸਤ ਨੂੰ, ਹਰ ਚਾਲ ਨੂੰ ਸਾਨੂੰ ਪਹਿਲਾਂ ਸਮਝਣਾ ਪੈਣਾ ਤੇ ਉਹਦੇ ਲਈ ਜਾਗਰੂਕ ਹੋਣਾ ਪੈਣਾ। ਹਰ ਪਹਿਲੂ ਵਿਚਾਰਨਾ ਪੈਣਾ ਵੀ ਅਸੀਂ ਇਹ ਕਿਹੜੇ ਜੇ ਇਸ ਕੰਮ ਨੂੰ ਕਰਨ ਜਾ ਰਹੇ ਹਾਂ ਤਾਂ ਕਿੱਧਰ ਨੂੰ ਜਾ ਸਕਦਾ ਇਹਦੇ ਵਿੱਚ ਨੈਗੇਟਿਵ ਵੀ ਜਾ ਸਕਦਾ, ਪੋਜ਼ਿਟਿਵ ਵੀ। ਕਈ ਵਾਰੀ ਜਿੱਤੀਆਂ ਜਿਤਾਈਆਂ ਬਾਜ਼ੀਆਂ ਹਾਰ ਜਾਂਦੀਆਂ ਪਹਿਲਾਂ ਸਾਡੇ ਨਾਲੇ ਹੋ ਕੇ ਹਟੀ ਆ। ਸੋ ਹੁਣ ਹੋਰ ਜਿਹੜਾ ਜਾਗਰੂਕ ਹੋਣ ਦੀ ਲੋੜ ਆ ਜੀ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਮਿੰਟੂ ਬਰਾੜ ਜੀ। ਮਿਹਰਬਾਨੀ ਜੀ, ਮਿਹਰਬਾਨੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।